ਸਤਨਾਮ ਗੁਰੂ ਵਾਲਮੀਕਿ ਸਾਹਿਬ ਜੀ। ਸਤਨਾਮ ਗੁਰੂ ਵਾਲਮੀਕਿ ਸਾਹਿਬ ਜੀ। ਜੋ ਬੋਲੇ ਸੋ ਨਿਰਭੈ ਪ੍ਰਭੁ ਵਾਲਮੀਕਿ ਮਹਾਰਾਜ ਜੀ ਕੀ ਜੈ। ਸਤਨਾਮ सतगुरु मिठत नीवी नाल का गुण चंगियाइयां तत्। मिठत नीवी नानका गुण चंगियाइयां तत्। सो हाजिर हुई संगतां नूं कोटन कोट प्रणाम है। सो बड़े बड़े राजे महाराजे होए ने दुनिया उत्ते, रब की बख्शिश हासिल किया है, सतगुरू की रहमत हासिल किया है। नीवें रह के निमाणे रह के सिरां दे ताज संतां महापुरखां गुरुआं दे चरनां विच धर के। सो मन की गरीबी उन्हें कायम रखी है। राजे महाराज हुंदियां होइयां भी तां ही उन्हां राजा महाराजा ने अज नावें रोशन, क्योंकि मन नीवां रखिया, गरीबी मन अंदर रखी है। सो मैं नीवा मेरा सतगुर उच्चा, असा उच्चिया दे संग लाइया सदके गाइया उन्हां उच्चिया तो जिन्हां नीवा संग निभाइया। ऊच नीच नूं लैके बड़ियां वंड वितकरियां होइयां है, पर जो गल आई है हक दी, सच दी, धर्म दी, तो सब तो पहला उन्होंने नीवियां ने ही अगे बढ़ के सिर दिते हैं, अगे बढ़ के सिर दिते हैं। धीआं पुत्र बारे परिवार बारे है, उन्होंने नीवियां ने जिन्हें ते सतगुरु ने बख्शिशा सी, रब की रहमत सी, वो नीवें अगे आ गए। की लैना वड्डिया बन के मेरा सतगुर यार गरीबां की लैना वड्डिया बन के मेरा सतगुर यार गरीबां छोटा बन के देख नजारा, छोटा बन के देख नजारा, दसवें विच मिल गुरु प्यारा। प्यार आवे खले सिमरन करके मेरा सतगुर यार गरीबां दा ही लैना वड्डिया बन के मेरा सतगुर यार गरीबां दा। विच गरीबी सतगुर मिलदा, विच गरीबी सतगुरु मिलदा। साफ होवे जे परदा दिल दा, साफ
ਪਰਦਾ ਦਿਲਦਾ ਐਵੇਂ ਮੁਸ਼ਕਲ ਪੈਂਡੇ ਚਾਕੇ ਮੇਰਾ ਮੁਰਸ਼ਦ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆ ਬਣ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ। ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀ ਬਾਉ। ਸੋ ਉਸ ਪਰਮ ਪਿਤਾ ਪਰਮਾਤਮਾ ਜਗਤ ਗੁਰੂ ਆਦਿ ਕਵੀ ਲੇਖ ਦਾਤਾ ਸਿੱਖੀ ਦੇ ਕਰਤਾ ਧਰਤਾ ਬਾਣੀ ਦੇ ਕਰਤਾ ਧਰਤਾ ਗਿਆਨ ਵਿਗਿਆਨ ਦੇ ਕਰਤਾ ਧਰਤਾ ਸ੍ਰਿਸ਼ਟੀ ਦੇ ਕਰਤਾ ਕਰਤਾ ਪੁਰਖ ਮਹਾਰਾਜ ਜੀ ਦੇ ਨਾਮ ਦਾ ਓਟ ਆਸਰਾ ਲੈ ਕੇ ਵਿਚਾਰਧਾਰਾ ਰੱਖਦੇ ਹਾਂ। ਅਜ਼ਰ ਅਤਰਿਕਾਂਦਰਸ਼ੀ ਵਾਲਮੀਕੀ ਭਗਵਾਨ ਜੀ ਮਹਾਰਾਜ ਸਭ ਜੀਵਾਂ ਤੇ ਸਹਾਈ ਹੋਣ। ਸੋ ਹਰੀ ਮੰਦਰ ਹਰੀ ਸਾਜਿਆ ਹਰੀ ਵਸੇ ਜਿਸ ਨਾਲ। ਹੁਣ ਹਰੀ ਮੰਦਰ ਸਾਹਿਬ ਜੀ ਦੀ ਸਥਾਪਨਾ ਰਚਨਾ ਕਿੱਦਾਂ ਹੋਈ ਹੈ, ਕਰਤਾ ਕੌਣ ਹੈ, ਕਿਸ ਦੀ ਕਰਨੀ ਕਰਕੇ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੈ। ਉਹ ਮਹਾਨ ਧਰਮ ਸਥਾਨ ਦੀ ਸ਼ਕਤੀ ਭਗਤੀ ਕਿੱਦਾਂ ਰਚਨਾ ਹੋਈ ਹੈ, ਇਤਿਹਾਸ ਗਵਾਹ ਹੈ। ਅੰਮ੍ਰਿਤ ਤੋਂ ਅੰਮ੍ਰਿਤਸਰ ਵਸਿਆ ਵਿੱਚ ਸਰੋਵਰ ਸਾਂਭ ਕੇ ਰੱਖਿਆ। ਉਹ ਪਰਮ ਪਿਤਾ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਬਖਸ਼ੇ ਹੋਏ ਅੰਮ੍ਰਿਤ ਦਾਨ ਤੋਂ ਅੰਮ੍ਰਿਤਸਰ ਦੀ ਸਥਾਪਨਾ ਹੋਈ ਹੈ। तो उस सृजनहार बख्शनहारे अमर दे भंडारी नाम दे भंडारी दे नाम उत्ते हरि मंदिर की स्थापना हुई है। सो इतिहास गवाह है, कोई मन्ने चाहे ना मन्ने, पर इत्थे अमरदास को खुद ही बताया, छपड़ी में अमृत की माया, रामदास गुरु काज रचाया, हरि मंदिर दे लाए निशान, धन धन वाल्मीकि भगवान धन धन बाणी और गया। इतिहास कथा कहानी बड़ी लंबी है, तो ਜਿਹੜੇ ਜਾਣਦੇ ਨੇ सो ਜਾਣਦੇ ਨੇ, तो ਜਿਹੜੇ नहीं ਜਾਣਦੇ ਉਹਨਾਂ ਨੂੰ ਆਪਾਂ ਸਮਝਾ नहीं सकते। सो आ जाते कथा कहानी ते ਉਹ ਲੋਕ ਉਹ ਸਮਾਜ ਜਿਹਨਾਂ ਨੀਵਾਂ ਕਹਿ ਕੇ ਧਰਕਾ ਦਿੱਤਾ ਜਾਂਦਾ ਸੀ, ਨਿਮਾਣੇ ਕਹਿ ਕੇ ਨੀਚ ਕਹਿ ਕੇ ਧਰਕਾ ਦਿੱਤਾ ਜਾਂਦਾ ਸੀ। ਸੋ ਗੱਲ ਸੱਚੀ ਹੈ, ਇਤਿਹਾਸ ਸੱਚ ਹੈ। ਅੰਮ੍ਰਿਤਸਰ ਦੇ ਅੰਦਰ ਗੁਰੂ ਘਰਾਂ ਦੇ ਅੰਦਰ ਉਹ ਸਮਾਂ ਸੀ, ਅੱਜ ਵੀ ਬਿਰਲਾ ਬਿਰਲਾ ਹੈ, ਅੱਜ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ। ਉਹ ਸਮਾਂ ਸੀ ਅੰਮ੍ਰਿਤਸਰ ਦੇ ਅੰਦਰ ਜਦੋਂ ਗੁਰੂ ਘਰਾਂ ਵਿੱਚ ਜਾਤਾਂ ਪੁੱਛੀਆਂ ਜਾਂਦੀਆਂ ਸਨ, ਕਿਹੜੀ ਜਾਤ ਦਾ, ਉੱਚਾ ਕਿ ਨੀਵਾਂ। ਜੇ ਹੋਇਆ ਨੀਵੀਂ ਜਾਤ ਦਾ, ਲੰਗਰ ਪ੍ਰਸ਼ਾਦੇ ਚੱਲਦੇ ਸੀ ਤਾਂ ਭਾਂਡੇ ਵੱਖਰੇ, ਲਾਈਨਾਂ ਵੱਖਰੀਆਂ, ਆਪੇ ਧੋਵੋ ਆਪੇ ਖਾਵੋ, ਇਹ ਹੁੰਦਾ ਸੀ। ਸੱਚੀ ਗੱਲ ਹੈ। ਨਹੀਂ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ 1936 ਦੀ ਗੱਲ ਹੈ, ਜੇ ਵੰਡ ਵਿਚ ਨਾ ਹੁੰਦੀਆਂ ਨਾ ਅੱਜ ਵਾਲਮੀਕੀ ਸਮਾਜ ਹੋਣਾ ਹੀ ਨਹੀਂ ਸੀ। ਸਾਰਾ ਸਿੱਖ ਸਮਾਜ ਹੋਣਾ ਸੀ, ਸਾਰੇ ਗੁਰੂ ਦੇ ਪਿਆਰੇ ਹੋਣੇ ਸੀ, ਸਾਰੇ ਸਿੱਖ ਹੋਣੇ ਸੀ। ਇਹ ਮੂਲ ਵਾਸੀ ਸਮਾਜ, ਆਦਿਵਾਸੀ ਸਮਾਜ, ਵਾਲਮੀਕੀ ਸਮਾਜ, ਮਜ਼੍ਹਬੀ ਸਿੱਖ ਨਹੀਂ ਸੀ ਹੋਣੇ, ਸਾਰੇ ਗੁਰੂ ਦੇ ਸਿੱਖ ਹੋਣੇ ਸੀ ਜੇ ਵੰਡ ਵਿਤਕਰੀਆਂ ਨਾ ਹੁੰਦੀਆਂ। ਅੱਜ ਪਛਤਾਉਂਦੇ ਉਹ ਲੋਕ, ਉਹ ਕਰਨੀ ਕਰਕੇ ਅੱਜ ਪਛਤਾਉਂਦੇ ਆ। ਨਹੀਂ ਤਾਂ 1936 ਵਿੱਚ ਡਾਕਟਰ ਭੀਮ ਰਾਓ ਸਾਹਿਬ ਜੀ ਮਹਾਰਾਜ ਇੱਕ ਨੂੰ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ, 10 ਨੂੰ ਨਹੀਂ, ਹਜ਼ਾਰਾਂ ਨੇ, ਹਜ਼ਾਰਾਂ ਮੂਲ ਵਾਸੀਆਂ ਨੂੰ ਇਕੱਠਿਆਂ ਕਰਕੇ ਹਰਿਮੰਦਰ ਸਾਹਿਬ ਗਏ ਸੀ ਨਾਮ ਸ਼ਬਦ ਦੀ ਦਾਤ ਲੈਣ ਵਾਸਤੇ ਕਿ ਚਲੋ ਸਾਰੇ ਸਿੱਖ ਬਣੋ, ਊਚ ਨੀਚ ਦੇ ਵਿਤਕਰੇ ਦੂਰ ਹੋਣ, ਸਾਰੇ ਸਿੱਖ ਬਣੋ।
ਸਿੱਖੀ ਦਾਤ ਲੈਣ ਗਏ ਸੀ, ਪਰ ਉੱਥੇ ਹੋਇਆ ਕੀ ਸੀ, ਨੀਵਾਂ ਕਹਿ ਕੇ, ਨੀਚ ਕਹਿ ਕੇ, ਮੰਦਾ ਬੋਲ ਕੇ, ਕਮੰਦਾ ਬੋਲ ਕੇ ਧਰਕਾ ਦਿੱਤਾ ਸੀ। ਅੱਜ ਉਹ ਲੋਕ ਪਛਤਾਉਂਦੇ ਨੇ, ਅੱਜ ਪਛਤਾਉਂਦੇ ਨੇ ਕਿ ਕਾਸ਼ ਉਦੋਂ ਮੰਨ ਲੈਂਦੇ ਉਹਦੀ ਕਰਨੀ ਨੂੰ, ਉਹਦੀ ਗੱਲ ਨੂੰ ਮੰਨ ਲੈਂਦੇ, ਗੱਲਾਂ ਲਾ ਲੈਂਦੇ। ਅੱਜ ਪਛਤਾਉਂਦੇ ਆ ਲੋਕ। ਇਸੇ ਕਰਕੇ ਉਹਨਾਂ ਨੂੰ ਬੁੱਧ ਧਰਮ ਵਿੱਚ ਜਾਣਾ ਪਿਆ ਸੀ, ਕਿਉਂਕਿ ਉੱਥੇ ਸਾਂਝੀ ਵਾਲਤਾ ਸੀ, ਉੱਥੇ ਕੋਈ ਵੰਡ ਵਿਤਕਰੀ ਨਹੀਂ ਸੀ। ਸੋ ਹਰਿਮੰਦਰ ਸਾਹਿਬ ਮਹਾਤਮਾ ਦੀ ਰਚਨਾ, ਵਾਲ ਕਵੀ ਦੀ ਰਚਨਾ ਕਰਕੇ ਹੋਇਆ। ਸੋ ਹੁਕਮ ਬਖਸ਼ੇ, ਸੇਵਾ ਬਖਸ਼ੀ, ਸਤਿਗੁਰਾਂ ਨੂੰ ਸੇਵਾ ਨਿਭਾਈ ਹੈ। ਹੁਣ ਦੇਖੋ ਜ਼ੁਲਮੀ ਪਾਪੀ ਵੀ ਹੋਏ ਉਸ ਵੇਲੇ। ਯੋਧਾ ਸੂਰਮਿਆਂ ਦੀ ਗੱਲ ਕਰਨ ਲੱਗੇ ਆ, ਜਿਹੜੇ ਖੜੇ ਨੇ ਮਜ਼ਹਬ ਦੀ ਖਾਤਰ, ਧਰਮ ਦੀ ਖਾਤਰ, ਹੱਕ ਦੀ ਖਾਤਰ, ਸੱਚ ਦੀ ਖਾਤਰ ਜਿਹੜੇ ਲੜੇ ਨੇ, ਉਹਨਾਂ ਨੀਵੀਆਂ ਦੀ ਗੱਲ ਕਰਨ ਲੱਗੇ ਆ। ਹੁਣ ਸੰਨ 1741 ਦੀ ਗੱਲ ਹੈ, ਸੰਨ 1741 ਦੀ ਗੱਲ ਹੈ। ਉਸ ਵੇਲੇ ਪੰਜਾਬ ਦੇ ਗਵਰਨਰ ਹੋਏ ਜ਼ਕਰੀਆ ਖਾਨ। ਉਹਦੀ ਆਪਣੀ ਹਕੂਮਤ ਸੀ ਮੁਗਲਾਂ ਦੀ। ਉਸ ਸਮੇਂ ਮੁਗਲਾਂ ਦੀ ਹਕੂਮਤ ਸੀ ਪੰਜਾਬ ਦੇ ਅੰਦਰ, ਇਹ ਦੇਸ਼ ਦੇ ਅੰਦਰ। ਜ਼ਕਰੀਆ ਖਾਨ ਗਵਰਨਰ ਹੋਏ ਹੈ ਉਸ ਵੇਲੇ ਪੰਜਾਬ ਦੇ। ਅਤਿਆਚਾਰ ਕਰਦੇ ਨੇ, ਜ਼ੁਲਮ ਕਰਦੇ ਨੇ ਕੁੱਲ ਇਨਸਾਨੀਅਤ ਤੇ। ਸਿੱਖਾਂ ਨੂੰ ਤਬਾਹ ਕਰਦੇ ਨੇ, ਸਿੱਖ ਨੂੰ ਖਤਮ ਕਰਦੇ ਤੁੱਲੇ ਹੋਏ ਨੇ। ਪੂਰਾ ਹੁਕਮ ਦਿੱਤਾ ਹੈ ਆਪਣੀ ਸੈਨਾ ਨੂੰ ਕਿ ਕੋਈ ਵੀ ਸਿੱਖ ਮਿਲਦਾ ਹੈ ਸ਼ਰੇਆਮ ਕਤਲ ਕਰ ਦਿਓ। ਸਿੱਖ ਔਰਤ ਮਿਲਦੀ ਹੈ, ਲੜਕੀ ਮਿਲਦੀ ਹੈ, ਬੱਚਾ ਮਿਲਦਾ ਹੈ, ਬਿਰਧ ਜਵਾਨ ਮਿਲਦਾ ਹੈ, ਜੋ ਵੀ ਮਿਲਦਾ ਹੈ ਸਿੱਖ ਪਰਿਵਾਰ ਵਿੱਚੋਂ, ਸਿੱਖ ਧਰਮ ਵਿੱਚੋਂ, ਸ਼ਰੇਆਮ ਕਤਲ ਕਰ ਦਿਓ, ਤੁਹਾਨੂੰ ਖੂਨ ਮਾਫ ਹੈ, ਤੁਹਾਨੂੰ ਉਹ ਕਤਲ ਮਾਫ ਹੈ। ਜੇ ਕੋਈ ਸਿੱਖ ਮਿਲਦਾ ਹੈ ਉਹਨੂੰ ਲੁੱਟ ਲਓ, ਕੁੱਟੋ, ਮਾਰੋ, ਤੁਹਾਨੂੰ ਉਹ ਸਭ ਕੁਝ ਮਾਫ ਹੈ। ਅਤੇ ਜਿਹੜਾ ਕੁਝ ਇਹ ਨਹੀਂ ਕਰ ਸਕਦਾ ਉਹ ਸਾਨੂੰ ਦੱਸੇ ਆ ਕੇ ਕਿ ਸਿੱਖ ਪਰਿਵਾਰ ਰਹਿੰਦਾ ਕਿੱਥੇ ਹੈ। ਉਹ ਗ੍ਰਾਂ ਦੱਸੇ, ਉਹ ਜੰਗਲ ਵੇਲਾ ਦੱਸੇ ਕਿ ਜਿੱਥੇ ਸਿੱਖ ਰਹਿੰਦੇ। ਉਹ ਦੱਸੇਗਾ ਤਾਂ ਵੀ ਮੂੰਹ ਮੰਗਿਆ ਇਨਾਮ ਪਾਵੇਗਾ ਜ਼ਕਰੀਆ ਖਾਨ ਤੋਂ। ਇੰਨਾ ਜ਼ੁਲਮ ਅਤਿਆਚਾਰ ਉਸ ਵੇਲੇ ਹੋ ਰਿਹਾ ਸਿੱਖਾਂ ਨੂੰ ਖਤਮ ਕਰਨ ਵਾਸਤੇ, ਕਿਉਂਕਿ ਹੱਕ ਸੱਚ ਦੀ ਜੰਗ ਲੜਦੇ ਸਨ। ਇਸੇ ਕਰਕੇ ਜ਼ਕਰੀਆ ਖਾਨ ਆਪਣਾ ਰਾਜ ਚਾਹੁੰਦਾ ਸੀ ਕਿ ਅਸੀਂ ਰਾਜ ਕਰੀਏ ਪੰਜਾਬ ਤੇ, ਦੇਸ਼ ਤੇ। 1741 ਦੀ ਗੱਲ ਹੈ। ਤਬਾਹ ਕਰਨਾ ਚਾਹਿਆ ਸਿੱਖ ਸਮਾਜ ਨੂੰ, ਸਿੱਖ ਧਰਮ ਨੂੰ, ਤੇ ਕੀਤਾ ਵੀ ਹੈ। ਉਸ ਵੇਲੇ ਜੋ ਗੁਰੂ ਦੇ ਸਿੱਖ ਹੁੰਦੇ, ਗੁਰੂ ਦੇ ਪਿਆਰੇ ਹੁੰਦੇ ਸੀ, ਰਹਿੰਦੇ ਕਿੱਥੇ ਹੁੰਦੇ ਸੀ? ਜੰਗਲਾਂ ਬੇਲਿਆਂ ਵਿੱਚ। ਨਗਰਾਂ ਤੋਂ, ਸ਼ਹਿਰਾਂ ਤੋਂ, ਪਿੰਡਾਂ ਤੋਂ ਦੂਰ ਜੰਗਲਾਂ ਬੇਲਾਂ ਵਿੱਚ ਰਹਿਣਾ ਤੇ ਪੱਤੇ ਖਾ ਕੇ, ਫਲ ਖਾ ਕੇ ਗੁਜ਼ਾਰੇ ਕਰਨੇ, ਲੁਕ ਛੁਪ ਕੇ ਰਹਿਣਾ। ਹੁਣ ਇੱਦਾਂ ਹੀ ਉਹਨਾਂ ਜ਼ਾਲਮਾਂ ਅਤਿਆਚਾਰੀਆਂ ਨੇ ਉਹ ਪਾਵਨ ਪਵਿੱਤਰ ਅਸਥਾਨ ਦੀ ਬੇਕਦਰੀ ਵੀ ਕੀਤੀ ਕਿ ਬੇਕਦਰੀ ਕਰਾਂਗੇ ਉਹਨਾਂ ਦੇ ਹਿਰਦਿਆਂ 'ਤੇ ਸੱਟ ਲੱਗੇਗੀ ਤੇ ਸਾਡੇ ਨਾਲ ਜੰਗ ਕਰਨ ਵਾਸਤੇ ਆਉਣਗੇ ਤੇ ਮਾਰੇ ਜਾਣਗੇ ਸਾਡੇ ਹੱਥੋਂ। ਹਰਿਮੰਦਰ ਸਾਹਿਬ ਤੇ ਮੱਸਾ ਰੰਗੜ ਹੋਇਆ। ਚੌਧਰੀ ਮੱਸਾ ਰੰਗੜ, ਚੌਧਰੀ ਸੀ ਜਾਤ ਦਾ। ਹੁਣ ਸਾਡੇ ਲੋਕਾਂ ਚੌਧਰੀ ਕਹਿ ਦਿੰਦੇ ਆ, ਬੜੇ ਆਨੰਦ ਹੁੰਦੇ ਆ, ਖੁਸ਼ ਹੁੰਦੇ, ਪਤਾ ਨਹੀਂ ਕਿਹੜੀਆਂ ਫੀਤੀਆਂ ਲੱਗ ਗਈਆਂ। ਪਰ ਆਪਾਂ ਚੌਧਰੀ ਨਹੀਂ ਹੈ। ਇਹ ਬੀਬੀਆਂ ਵੀ ਕਹਿੰਦੀਆਂ ਫਲਾਣਾ ਚੌਧਰੀ, ਫਲਾਣਾ ਚੌਧਰੀ। ਅਸੀਂ ਚੌਧਰੀ ਨਹੀਂ ਹੈ। ਨਾ ਸਾਡੀ ਜਾਤ ਜੋ ਚੌਧਰੀ ਹੈ, ਨਾ ਸਾਡੀ ਗੋਤ ਚੌਧਰੀ ਹੈ। ਉਹ ਚੌਧਰੀ ਹੋਰ ਸੀ, ਜ਼ੁਲਮ ਕਰਨ ਵਾਲੇ, ਅਤਿਆਚਾਰ ਕਰਨ ਵਾਲੇ। ਆਪਣੇ ਤੋਂ ਲੈ ਕੇ ਆਇਆ ਕਿ ਅਸੀਂ ਚੌਧਰੀ ਹਾਂ। ਟੋਕਿਆ ਕਰੋ ਜਿਹੜਾ ਕਹਿੰਦਾ ਅਸੀਂ ਚੌਧਰੀ ਨਹੀਂ ਹਾਂ।
ਸੋ ਮੱਸਾ ਰੰਗਲ ਚੌਧਰੀ ਹੋਇਆ, ਉਹਨੂੰ ਹੁਕਮ ਕੀਤਾ ਹੈ ਜ਼ਕਰੀਆ ਖਾਨ ਨੇ ਕਿ ਤੂੰ ਹਰਿਮੰਦਰ ਸਾਹਿਬ ਕਬਜ਼ਾ ਕਰ, ਉੱਥੇ ਬੈਠ, ਜੋ ਤੇਰਾ ਮਨ ਕਰਦਾ ਤੂੰ ਉਹ ਕਰ। ਤੇ ਉਹਨੇ ਕੀ ਕੀਤਾ, ਬਲ ਮਿਲ ਗਿਆ, ਹੁਕਮ ਮਿਲ ਗਿਆ, ਸੈਨਾ ਮਿਲ ਗਈ ਨਾਲ, ਬੜੇ ਬੜੇ ਜ਼ਾਲਮ ਹਥਿਆਰੇ ਮਿਲ ਗਏ। ਪਹਿਲਾਂ ਤਾਂ ਪਾਵਨ ਪਵਿੱਤਰ ਸਰੋਵਰ ਨੂੰ ਪੂਰਨਾ ਕੀਤਾ ਹੈ, ਮਿੱਟੀ ਦੇ ਨਾਲ, ਹੱਡੀਆਂ ਦੇ ਨਾਲ, ਮਾਸ ਦੇ ਨਾਲ ਉਸ ਸਰੋਵਰ ਨੂੰ ਪਹਿਲਾਂ ਪੂਰਨਾ ਕੀਤਾ। ਤੇ ਫਿਰ ਜਿੱਥੇ ਸਿੱਖ ਝੌਲ ਚੜਾਇਆ ਕਰਦੇ ਸੀ ਗੁਰਬਾਣੀ ਨੂੰ, ਸਤਿਗੁਰਾਂ ਨੂੰ, ਜਿੱਥੇ ਕੀਰਤਨ ਸੋਹਲੇ ਹੁੰਦੇ ਸੀ, ਗਾਉਣ ਹੁੰਦੇ ਸੀ ਪਰਮਾਤਮਾ ਦੇ, ਉੱਥੇ ਬਹਿ ਗਿਆ ਹੁੱਕਾ ਮਾਰ ਕੇ, ਹੁੱਕਾ ਮਾਰ ਕੇ ਬਹਿ ਗਿਆ ਮੰਜੇ ਉੱਤੇ, ਪਲੰਘ ਉੱਤੇ, ਜਰਦੇ ਖਾਂਦਾ ਹੈ, ਪਾਨ ਖਾਂਦਾ, ਜਿੱਧਰ ਚਾਹੇ ਥੁੱਕਦਾ ਹੈ, ਜਿੱਧਰ ਦਿਲ ਕਰਦਾ ਉੱਧਰ ਥੁੱਕਦਾ ਹੈ, ਬੇਕਦਰੀ ਕੀਤੀ, ਬੇਅਦਬੀ ਕਰਦਾ ਹੈ। ਤੇ ਬੇਸਵਾ ਔਰਤਾਂ ਹੈ, ਤੇ ਬੇਸਵਾ ਨੂੰ ਉੱਤੇ ਨਚਾਉਂਦਾ ਹੈ, ਨਾਲੇ ਸ਼ਰਾਬਾ ਪੀਂਦਾ, ਨਾਲੇ ਬੇਸਵਾ ਦੇ ਨਾਚ ਰਚੀਏ ਕਰਾਦਾ ਹੈ। ਹੁਣ ਸਿੱਖਾਂ ਨੂੰ ਖਬਰ ਨਹੀਂ ਹੈ, ਉਹ ਜੰਗਲਾਂ ਮੇਲੇ 'ਚ ਰਹਿੰਦੇ ਆ। ਹੁਣ ਏਦਾਂ ਹੀ ਬੁਲਾਕਾ ਸਿੰਘ ਹੋਇਆ, ਨਾਮ ਹੁੰਦਾ ਬੁਲਾਕਾ ਸਿੰਘ। ਉਹ ਗਿਆ ਹੈ ਹਰਿਮੰਦਰ ਸਾਹਿਬ ਦੇ ਦਰਸ਼ਨ ਦਾਰੇ ਕਰਨ ਵਾਸਤੇ, ਲੁਕ ਛੁਪ ਕੇ, ਚੋਰੀ ਛੁਪੇ ਗਿਆ, ਚੋਰੀ ਛੁਪੇ ਗਿਆ ਹੈ ਦਰਸ਼ਨ ਦਾਰੇ ਕਰਨੇ ਆਪਣੇ ਧਰਮ ਸਥਾਨ ਦੇ, ਗੁਰੂ ਘਰ ਦੇ। ਤੇ ਵੇਖਣਾ ਕੀ ਕੀਤਾ, ਉੱਥੇ ਤਾਂ ਸ਼ਰਾਬਾਂ ਚੱਲਦੀਆਂ ਨੇ, ਮੱਸਾ ਰੰਗੜ ਦੀ ਉੱਥੇ ਮੌਜੂਦਗੀ ਹੈ, ਸਰੂਰ ਪੂਰਿਆ ਗਿਆ ਹੈ, ਵੇਖਿਆ ਨਾ ਗਿਆ, ਹੰਝੂ ਭਰਾ। ਤੇ ਉਸ ਵੇਲੇ ਦੌੜਿਆ ਜੰਗਲਾਂ ਦੇ ਵੱਲ, ਸਿੱਖਾਂ ਦੀ ਭਾਲ ਕਰਦਾ, ਗੁਰ ਪਿਆਰੇ ਦੀ ਭਾਲ ਕਰਦਾ ਹੈ, ਜੰਗਲਾਂ ਨੂੰ ਦੌੜਿਆ। ਸਿੱਖ ਪਿਆਰੇ ਮਿਲੇ ਆ, ਦਲ ਮਿਲੇ ਆ ਸਿੱਖਾਂ ਦੇ। ਸਿੱਖਣਾ ਪੁੱਛਣਾ ਕੀਤਾ, ਅੱਜ ਤਾਂ ਆਪਾਂ ਮਿਲਦੇ ਗਿਲਦੇ ਹਾਂ, ਇੱਕ ਦੂਜੇ ਨੂੰ ਪੁੱਛਦੇ, ਹਾਂ ਵੀ ਪਰਿਵਾਰ ਦਾ ਕੀ ਹਾਲ ਹੈ, ਧੀਆਂ ਪੁੱਤਰਾਂ ਦਾ ਕੀ ਹਾਲ ਹੈ, ਕੰਮ ਕਾਰ ਦਾ ਕੀ ਹਾਲ ਹੈ, ਇਹ ਪੁੱਛਦੇ ਹਾਂ। ਪਰ ਉਸ ਵੇਲੇ ਇੱਦਾਂ ਨਹੀਂ ਪੁੱਛਿਆ ਜਾਂਦਾ, ਉਸ ਵੇਲੇ ਸਿੱਖ ਪੁੱਛਦੇ ਸੀ, ਹਾਂ ਵੀ ਗੁਰੂ ਧਾਮਾਂ ਦਾ ਕੀ ਹਾਲ ਹੈ, ਗੁਰੂ ਧਾਮਾਂ ਦੀ ਦੇਖ ਰੇਖ ਕਿੱਦਾਂ ਚੱਲ ਰਹੀ ਹੈ, ਸਾਂਭ ਸੰਭਾਲ ਕਿੱਦਾਂ ਚੱਲ ਰਹੀ ਹੈ, ਇਹ ਪੁੱਛਿਆ ਕਰਦੇ ਸੀ ਗੁਰੂ ਧਾਮਾਂ ਬਾਰੇ। ਪੁੱਛਣਾ ਕੀਤਾ ਹੈ ਸਿੱਖ ਸੇਵਕਾਂ ਨੇ, ਭਾਈ ਸੁਣਾ ਗੁਰੂ ਧਾਮਾਂ ਦਾ ਹਾਲ ਸੁਣਾ। ਅੱਖਾਂ ਭਰ ਗਈਆਂ ਮਲਰਾ ਸਿੰਘ ਦੀਆਂ, ਬੋਲਿਆ ਨਹੀਂ ਜਾ ਰਿਹਾ, ਹਿੰਮਤ ਕਰਕੇ ਹੌਸਲਾ ਕਰਕੇ ਬੋਲਿਆ ਕਿ ਹਰਿਮੰਦਰ ਸਾਹਿਬ ਵਿੱਚ ਜ਼ਕਰੀਆ ਖਾਨ ਦੇ ਹੁਕਮ ਮੁਤਾਬਕ ਮੱਸਾ ਰੰਗਲ ਚੌਧਰੀ ਡੇਰੇ ਲਾ ਕੇ ਬੈਠਾ, ਵੇਸਵਾ ਨਚਾ ਰਿਹਾ, ਸ਼ਰਾਬਾਂ ਪੀਂਦਾ, ਪਾਨ ਖਾਂਦਾ, ਜਿੱਥੇ ਮਰਜ਼ੀ ਥੁੱਕਦਾ, ਹੁੱਕੇ ਬਾਲੀ ਬੈਠਾ, ਬੇਅਦਬੀ ਕੀਤੀ ਸਾਡੇ ਧਰਮ ਸਥਾਨ ਦੀ, ਉਹ ਇਹ ਕਾਰਜ ਕਰ ਰਿਹਾ ਹੈ। ਉਸ ਵੇਲੇ ਯੋਧਾ ਨਿਤਰਿਆ, ਯੋਧਾ ਨਿਤਰਿਆ ਮਹਿਤਾਬ ਸਿੰਘ, ਮਹਿਤਾਬ ਸਿੰਘ ਕੱਢ ਕੇ ਤਲਵਾਰ ਆਪਣਾ ਫਤਿਹ ਬੁਲਾਈ ਹੈ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਕਿ ਜਿੰਨਾ ਚਿਰ ਮੱਸੇ ਰੰਗੜ ਦਾ ਸਿਰ ਨਹੀਂ ਕਲਪ ਕਰ ਦਿੰਦਾ, ਉਹਨਾਂ ਚਿਰ ਮੇਰਾ ਖਾਣਾ ਵੀ ਬੰਦ ਤੇ ਮੇਰਾ ਪੀਣਾ ਵੀ ਬੰਦ। ਜਿੰਨਾ ਚਿਰ ਮੱਸੇ ਰੰਗੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਧਰ ਨਹੀਂ ਦਿੰਦਾ, ਖਾਣਾ ਪੀਣਾ ਬੰਦ, ਸੌਣਾ ਬਹਿਣਾ ਬੰਦ, ਮੇਰਾ ਨੀਂਦ ਮੇਰੇ ਲਈ ਹਰਾਮ ਹੈ। ਮਹਿਤਾਬ ਸਿੰਘ ਕਹਿੰਦਾ। ਮਹਿਤਾਬ ਸਿੰਘ ਕੌਣ ਹੋਇਆ? ਉਹਨਾਂ ਵਿੱਚੋਂ ਹੋਇਆ ਜਿਹਨਾਂ ਲੋਕੀ ਨੀਵਾਂ ਕਹਿ ਕੇ ਧਰਕਾਰਦੇ ਸੀ, ਪਰ ਰੱਬ ਦਾ ਪਿਆਰ ਸੀ, ਗੁਰੂ ਦਾ ਪਿਆਰਾ ਸੀ, ਨਾਮ ਉਸਨੇ ਦਾਤ ਲਈ ਹੋਈ ਸੀ। ਉਹਦੇ ਪਰਿਵਾਰ ਵੱਲ ਝਾਤੀ ਮਾਰੀਏ, ਪੜ੍ਹਨ ਚ ਆਉਂਦਾ ਹੈ, ਗਰੀਬ ਘਰਾਣੇ ਦਾ ਸੀ, ਨੀਵੇਂ ਸਮਾਜ ਦਾ ਸੀ, ਨੀਵੀਂ ਜਾਤ ਦਾ ਸੀ, ਛੋਟਾ ਜਿਹਾ ਪਰਿਵਾਰ ਹੈ, ਪਤਨੀ ਹੈ ਉਹ ਵੀ ਮਰ ਜਾਂਦੀ ਹੈ,
ਪੁੱਤਰ ਹੈ ਰਾਏ ਸਿੰਘ, ਪੁੱਤਰ ਰਾਏ ਸਿੰਘ। ਤੇ ਪੁੱਤਰ ਰਾਏ ਸਿੰਘ ਨਾਲ ਲੰਮਾ ਪਿਆ ਹੈ ਰਾਤ ਨੂੰ, ਨਾਲ ਤਲਵਾਰ ਲੈ ਕੇ ਘਰ ਦੇ ਅੰਦਰ। ਨਾਲੇ ਤਲਵਾਰ ਨੂੰ ਵੇਖਦਾ, ਨਾਲੇ ਪੁੱਤਰ ਵੱਲ ਵੇਖਦਾ ਹੈ ਮਹਿਤਾਬ ਸਿੰਘ ਕਿ ਤਲਵਾਰ ਫੜੀ ਹੈ ਗੁਰੂ ਦੇ ਹੁਕਮ ਦੇ ਨਾਲ, ਹੁਕਮ ਵਜਾਉਣਾ, ਪਾਪ ਜ਼ੁਲਮ ਦਾ ਅੰਤ ਕਰਨਾ ਹੈ, ਪਾਪ ਜ਼ੁਲਮ ਦੇ ਖਿਲਾਫ ਲੜਨਾ ਹੈ, ਤਲਵਾਰ ਫੜੀ ਹੈ। ਦੂਜੇ ਪਾਸੇ ਪੁੱਤਰ ਨੂੰ ਵੇਖਦਾ, ਇਹਦੀ ਪਰਵਰਿਸ਼ ਵੀ ਕਰਨੀ ਹੈ। ਪੁੱਤਰ ਦੀ ਪਰਵਰਿਸ਼ ਕਰਾਂ ਜਾਂ ਗੁਰੂ ਦੇ ਹੁਕਮ ਦੀ ਪਾਲਣਾ ਕਰਾਂ ਕੀ? ਤਾਂ ਮਨ 'ਚ ਵਿਚਾਰ ਕਰਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਦਾ ਨਿਸ਼ਚੈ ਕੀਤਾ ਹੈ ਕਿ ਗੁਰੂ ਦੇ ਹੁਕਮ ਦੀ ਪਾਲਣਾ ਕਰਨੀ, ਚਾਹੇ ਕੁਝ ਵੀ ਹੋ ਜਾਏ। ਉਸ ਵੇਲੇ ਆਪਣੇ ਪੁੱਤਰ ਰਾਏ ਸਿੰਘ ਨੂੰ ਇੱਕ ਹਿੰਦੂ ਦੇ ਘਰ ਭੇਟਾ ਕਰ ਦਿੰਦਾ ਹੈ। ਨੱਥਾ ਨਾਮ ਹੋਇਆ, ਉਹਦਾ ਪੜੋਸੀ ਸੀ, ਗੁਆਂਢੀ ਸੀ ਮਹਿਤਾਬ ਸਿੰਘ ਦਾ, ਹਿੰਦੂ ਸੀ। ਉਹਨਾਂ ਨੇ ਭੇਟਾ ਕੀਤਾ ਕਿ ਲੈ ਨੱਥਾ, ਇਹ ਪੁੱਤਰ ਤੇਰੇ ਹਵਾਲੇ ਕੀਤਾ, ਕੀ ਸੰਭਾਲ ਕਰੇਗਾ, ਰੱਖਿਆ ਕਰੇਗਾ? ਉਹ ਕਹਿੰਦਾ ਹਾਂਜੀ ਕਰਾਂਗਾ, ਇਹ ਤੇਰਾ ਪੁੱਤ ਨਹੀਂ ਮੇਰਾ ਹੀ ਪੁੱਤ ਹੈ, ਤੂੰ ਆਪਣੇ ਗੁਰੂ ਦੇ ਹੁਕਮ ਦੀ ਪਾਲਣਾ ਕਰ, ਇਹਦੀ ਫਿਕਰ ਨਾ ਕਰ। ਤਾਂ ਮਹਿਤਾਬ ਸਿੰਘ ਨੇ ਕਹਿਣਾ ਕੀਤਾ, ਇਹਨੂੰ ਚਾਹੇ ਮੁਗਲਾਂ ਦੀ ਗੋਲੀ ਵੱਜੇ, ਤਲਵਾਰ ਨਾਲ ਖਤਮ ਹੋ ਜਾਏ, ਪਰ ਧਿਆਨ ਰੱਖੀ ਇਹਦੇ ਕੇਸ ਅਲੱਗ ਨਾ ਹੋਣ, ਮਰਿਆਦਾ ਰੱਖਣੀ ਕੇਸਾਂ ਦੀ। ਤੂੰ ਹਿੰਦੂ ਹੈ, ਤੈਨੂੰ ਤਾਂ ਇਸ ਗੱਲ ਨਾਲ ਕੋਈ ਵਾਸਤਾ ਨਹੀਂ, ਪਰ ਮੇਰੀ ਗੱਲ ਇਹ ਰੱਖੀ, ਗੋਲੀ ਲੱਗ ਜਾਏ ਕੋਈ ਡਰ ਨਹੀਂ, ਮੌਤ ਆ ਜਾਏ ਕੋਈ ਡਰ ਨਹੀਂ, ਪਰ ਮਰਿਆਦਾ ਨੂੰ ਕਾਇਮ ਰੱਖੀ ਸਤਿਗੁਰ ਦੀ। ਤੋ ਇਹਨਾਂ ਕਹਿ ਕੇ ਜੰਗਲਾਂ ਵੱਲ ਤੁਰ ਪਿਆ। ਖਾਲਸਾ ਦਲ ਦੇ ਵਿੱਚ ਸ਼ਾਮਲ ਹੋ ਗਿਆ ਮਹਿਤਾਬ ਸਿੰਘ। ਉਹ ਗਰੀਬ ਘਰਾਣੇ ਦਾ, ਨੀਚ ਸਮਾਜ ਦਾ, ਜਿਹਨੂੰ ਨੀਚ ਕਹਿੰਦੇ ਸੀ, ਨਿਮਾਣਾ ਕਹਿੰਦੇ ਸੀ, ਉਸੇ ਦਲ ਦਾ ਜਥੇਦਾਰ ਹੋਇਆ ਸੁੱਖਾ ਸਿੰਘ। ਜਥੇਦਾਰ, ਉਹ ਦਲ ਦਾ ਜਥੇਦਾਰ ਹੈ ਸੁੱਖਾ ਸਿੰਘ। ਉਹ ਕਿੱਥੋਂ ਹੋਇਆ ਹੈ? ਉਤਰਖਾਣਾ ਵਿੱਚੋਂ ਹੋਇਆ। ਇਹ ਸਾਰੇ ਜਿਹੜੇ ਨਾ ਨੀਵਿਆਂ 'ਚ ਆਉਂਦੇ ਸੀ। ਤਰਖਾਣਾ ਸਮਾਜ 'ਚ ਹੋਇਆ ਸੁੱਖਾ ਸਿੰਘ। ਹੁਣ ਸੁੱਖਾ ਸਿੰਘ ਨੇ ਫੈਸਲਾ ਕਰ ਲਿਆ ਕਿ ਚੱਲ ਆਪਾਂ ਵੀ ਤੇਰੇ ਨਾਲ ਹੀ, ਦੋਨੇ ਹੀ ਚੱਲਦੇ ਆ, ਦੋਨੇ ਹੀ ਚੱਲਦੇ ਆ ਹਰਿਮੰਦਰ ਸਾਹਿਬ ਦੇ ਵੱਲ, ਤੇ ਸਿਰ ਲੈ ਕੇ ਆਉਂਦੇ ਆ ਉਸ ਜ਼ਾਲਮ ਦਾ, ਪਾਪੀ ਦਾ। ਹੁਣ ਸੁੱਖਾ ਸਿੰਘ ਦੇ ਬੱਚੇ ਵੱਲ ਧਿਆਨ ਮਾਰੀਏ, ਕੋਈ ਥੋੜ੍ਹੀ ਕਥਾ ਕਹਾਣੀ ਲੱਭੀ ਹੈ, ਉਹਨਾਂ ਦੀ ਬੜੀ ਸ਼ਹਾਦਤ ਹੈ। ਕਿਉਂਕਿ ਉਹ ਸਮਾਂ ਹੁੰਦਾ ਜਦੋਂ ਜਿਹਨੇ ਨਾਮ ਸ਼ਬਦ ਦਾਤ ਲੈ ਲਈ, ਸਿੱਖੀ ਧਾਰਨ ਕਰ ਲਈ, ਉਹ ਸਮਝੋ ਮਰ ਗਿਆ। ਪਰਿਵਾਰ ਕਹਿੰਦਾ ਸੀ ਇਹ ਸਾਡੇ ਲਈ ਮਰ ਗਿਆ। ਜੇ ਕਿਸੇ 5 ਪੁੱਤਰ ਹੈ, ਕਿਹੜਾ 5ਵਾਂ ਮਰ ਗਿਆ, ਇਹ 4 ਹੀ ਸਾਡੇ ਆ, 5ਵਾਂ ਮਰ ਗਿਆ ਸਾਡੇ ਵਾਸਤੇ। ਜਿਹਨੇ ਨਾਮ ਸ਼ਬਦ ਦਾਤ ਲੈ ਲਈ, ਸਮਝੋ ਖਤਮ ਹੈ, ਪਤਾ ਨਹੀਂ ਅੱਜ ਖਤਮ ਜਾਂ ਕੱਲ੍ਹ ਖਤਮ, ਇਹ ਹੁੰਦਾ ਸੀ। ਸੋ ਇਹਨਾਂ ਦੀ ਕਹਾਣੀ ਸੁੱਖਾ ਸਿੰਘ ਦੀ ਹੈ। ਸੁੱਖਾ ਸਿੰਘ ਤਰਖਾਣ ਹੈ ਅਤੇ ਮਹਿਤਾਬ ਸਿੰਘ, ਜਿਹਨੂੰ ਅੱਜ ਮਜ਼੍ਹਬੀ ਕਿਹਾ ਜਾਂਦਾ ਹੈ, ਰਗਰੇਟੇ ਕਿਹਾ ਜਾਂਦਾ ਹੈ, ਇਹ ਉਹਨਾਂ ਵਿੱਚੋਂ ਹੈ ਮਹਿਤਾਬ ਸਿੰਘ। ਹੁਣ ਤੁਰ ਪਏ ਗੁਰੂ ਦੇ ਪਿਆਰੇ ਹਰਿਮੰਦਰ ਸਾਹਿਬ ਦੇ ਵੱਲ ਬਦਲਾ ਲੈਣ ਵਾਸਤੇ, ਪਾਪੀ ਦਾ ਸਿਰ ਲੈਣ ਵਾਸਤੇ ਤੁਰੇ ਹੈ। ਹੁਣ ਉਸ ਵੇਲੇ ਚੌਧਰੀ ਹੁੰਦੇ ਸੀ ਵਪਾਰ ਕਰਨ ਵਾਲੇ, ਜੋ ਆਪਣਾ ਟੈਕਸ ਦੇਣ ਲਈ ਉੱਥੇ ਆਇਆ ਕਰਦੇ ਸੀ। ਅੱਜ ਵੀ ਟੈਕਸ ਦੇਣੇ ਪੈਂਦੇ ਆ, ਤੇ ਚੌਧਰੀ ਆਇਆ ਕਰਦੇ ਟੈਕਸ ਦੇਣ ਵਾਸਤੇ, ਬੱਸੇ ਰਗੜਨ ਨੂੰ, ਪੈਸੇ ਦੇ ਥੈਲੀਆਂ ਦੇਣ ਆਇਆ ਕਰਦੇ ਸੀ। ਉਸ ਵੇਲੇ ਕੀਤਾ ਕੀ ਹੈ, ਮਹਿਤਾਬ ਸਿੰਘ ਨੇ, ਸੁੱਖਾ ਸਿੰਘ ਨੇ ਚੌਧਰੀਆਂ ਦਾ ਰੂਪ ਧਾਰਨ ਕੀਤਾ ਹੈ। ਅੱਜ ਸਾਨੂੰ ਚੌਧਰੀ ਕਹਿੰਦੇ ਨਾ, ਥੋੜ੍ਹਾ ਚੱਕਰ ਇਹ ਵੀ ਹੈ ਇਹ 'ਚ। ਸੁੱਖਾ ਸਿੰਘ ਨੇ, ਮਹਿਤਾਬ ਸਿੰਘ ਨੇ ਉਹ ਵਪਾਰੀਆਂ ਦਾ, ਸੌਦਾਗਰਾਂ ਦਾ ਰੂਪ ਧਾਰਨ ਕੀਤਾ ਹੈ, ਚੌਧਰੀ ਬਣ ਗਏ। ਉਹ ਦਾੜੀਆਂ ਬੰਨ੍ਹ ਲਈਆਂ, ਸਿਰ 'ਤੇ ਪੱਗ ਸਜਾ ਲਈ ਹੈ, ਉਹੋ ਜਿਹੇ ਵਸਤਰ ਕਰ ਲਏ ਆ।
तो उस वेले कच्चे भांडे होंदे सी, घरां चों बाहर डिगे कच्चे भांडे घड़ियां बिखरियां नूं चुक्किया, थैलियां च पाया है, ते नकली सोने दी मोहरां बना लईआं कि सोने दी मोहरां है, सिक्के है। वो थैलियां लैके हरमंदर साहिब हो गए हैं मस्से रंगड़ के वाल। दरबारियों को गए, चौधरी भेस धारण किया, एक दे कोल तलवार है, एक दे कोल नेजा है। नेजा सुखा सिंह जी के कोल है, तो तलवार महताब सिंह के कोल है। भेस धारण किया चौधरी वाला, सदागर वाला। दरबारियों ने कहना किया है कि भाई टैक्स भरना आए हैं, कोई अपना नौकर चाकर नहीं मिलिया, इस करके आप ही आ गए कि चलो आप ही दे आने व्यापार का टैक्स। ये माया, हम माया नूं आउंदी नूं किहड़ा ना करदा, हर कोई चाहता साडे घर च माया आ जाए। दरबारियों ने कुछ पड़ताल इन्नी नहीं की, कोई छाणबीन नहीं की। ठीक है, भेस धारण की सदागरां वाले चौधरियां वाले नहीं समझ आई, तो गथरियां लैके हो गए मस्से रंगड़ दे वाल। तो मस्सा रंगड़ उधर नाच गाने कर रहे, शराबा पी रहा, हुक्का पी रहा, बैठा होया अपने पलंग ते। अखां दे विच लहू भर आया दोनों के। हुण किहड़ी घड़ीए नूं समाप्त कर दईए, खत्म कर दईए। उस मस्से रंगड़ नूं कहना किया कि फलाने नगर के चौधरी हाँ, लो अपना टैक्स। इत्थे कथा कहानी आती है कि मस्सा रंगड़ झुकिया है वो थैली चुकने वास्ते। महताब सिंह ने भगा के मारी थैली पलंग के थले, पलंग के थले झुक के चक्कर लगा तो सिर कलम कर दिता। तो ऐसा नहीं है, शरेआम सामने होकर किया जो किया, अखा के सामने होकर बोल विलास करके। तो पहला थैली फड़ाई है नकली सिक्कियां की, फिर लै भी अपना टैक्स लै। फिर कहना किया महताब सिंह ने कि पापियां चेते कर, ये साढ़े सतगुर का घर है, वो रहबरां का घर है, ये भगती का घर है, शक्ति का घर है, उसकी महिमा इतनी जाई होंगी है। तू इतने की कर रहा, अज ही तेरा सिर हुई कलम करांगे, असी गुरु के प्यारे आए हाँ, गुरु के सिख आए हाँ बदला लैन वास्ते। तो उस वेले महताब सिंह ने कढ़ी तलवार ते सिर लग किया मस्से रंगड़ का, महताब सिंह ने किया। तो सुखा सिंह ने किया, सुखा सिंह ने चक्या उस सिर ते नेजे दे विच जड़ना कर दिता है, तो तुर पिया लैके बाहर ने। तो फौजियों दरबारियों जिन्ना चिर समझ आनी सी उन्ना चिर चढ़े आ घोड़िया पर, किया अपने गुरु परमेश्वर चेते कि लै पातशाह हुण ना तो साढ़े घोड़े तकन ना असी तकीए, मंजिल ते पहुँच के थकीए जे थकना था। हुण साड़ी लाज रख ली, पत्त रख ली, रखिया कर ली हुण, क्योंकि पैंडा बहुत दूर का सी। जंगलों में खालसा पंथ विराजमान है, उन्हें चरणों तक सिर लैके जाना सी। इस तो पहला कि फौजा ने घरे जाइए, हम देख रेख कर ली, संभाल कर ली, ये सर लै जाइए इस पापी का जुलमी का जो बचन किया है वह कौल पका दईए। तो चढ़े घोड़िया पर यहो जे फरार होए तो पहुँच के सा लिया है खालसा पंथ के चरणों में जाके, सट्टिया इस तरह जाके उत्थे मस्से रंगड़ तक चक्को कर आए खत्म, लै लिया बदला अपनी गुरु घर की बेअदबी का। सो यहो जे योद्धे सूरन होए आ ये मूल निवासी समाज के विचों, इन्हां नीवियां विचों सुखा सिंह तरखान होया, तरन दल होया, तरन दल का जथेदार सी, और बाद संगी साथी सी महताब सिंह। महताब सिंह मीराकोट पिंड का रहने वाला सी, अमृतसर जिले के अंदर आउंदा। उन्होंने पुत्र होया राय सिंह जी, उन्होंने भी अगे जाके शहादत है। सिख कथा कहानी 1741 की है।
ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੱਖ ਰੂਪ ਵਿੱਚ ਹਾਜ਼ਰ ਨਹੀਂ ਸਨ। ਜੋਤੀ ਜੋਤ ਸਮਾ ਗਏ 1708 ਦੇ ਅੰਦਰ। ਸਿੱਖ ਕਥਾ ਕਹਾਣੀ ਹੈ 1741 ਦੀ, ਤੇ 1739 ਦੀ ਵੀ ਕਥਾ ਕਹਾਣੀ ਆਉਂਦੀ ਹੈ। ਉੱਥੇ ਆਉਂਦੀ ਹੈ ਬੋਤਾ ਸਿੰਘ ਤੇ ਗੱਜਾ ਸਿੰਘ ਦੀ, ਉਹ ਵੀ ਕਿਤੇ ਆਪਾਂ ਸਾਂਝੀ ਕਰ ਲਾਂਗੇ। ਉੱਥੇ ਵੀ ਇਹਨਾਂ ਜਗਰੀ ਖਾਨ ਦਾ ਕਹਿਰ ਟੁੱਟਿਆ, ਉਹ ਵੀ ਕਿਤੇ ਸਮਾਂ ਮਿਲਿਆ ਆਪਾਂ ਸਾਂਝੀ ਕਰਾਂਗੇ। ਸੋ ਬਲਿਹਾਰੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਉਹਨਾਂ ਯੋਧਿਆਂ ਸੂਰਮਿਆਂ ਦੀ ਕਰਨੀ ਤੋਂ, ਸ਼ਹਾਦਤ ਤੋਂ, ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਕੌਲ ਨੂੰ ਪੁਗਾਇਆ, ਬਚਨ ਪੁਗਾਇਆ, ਹੁਕਮ ਨੂੰ ਪਕਾਉਣਾ ਕੀਤਾ, ਆਪਣੀ ਸਿੱਖੀ ਫਰਜ਼ ਨਿਭਾਉਣਾ ਕੀਤਾ, ਸਿਰ ਦੇ ਕੇ ਨਿਭਾਇਆ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਸੋ ਗੁਰਾਂ ਦੀ ਸਿੱਖੀ ਨੂੰ, ਆਗਿਆ ਨੂੰ, ਹੁਕਮ ਨੂੰ ਨਿਭਾਉਣਾ ਕੀਤਾ ਹੈ ਇਹਨਾਂ ਨੀਵਿਆਂ ਨੇ। ਤੇ ਨੀਵੇਂ ਹੋ ਕੇ ਵੀ, ਨੀਵੇਂ ਰਹਿ ਕੇ ਵੀ ਅੱਜ ਉੱਚੇ ਹੈ, ਅੱਜ ਸੁੱਚੇ ਹੈ। ਅੱਜ ਉਹਨੇ ਕਿਰਦਾਰ ਨੂੰ ਸਲਾਮਾ ਹੁੰਦੀ ਹੈ, ਨਮਸਕਾਰ ਹੁੰਦਾ ਹੈ। ਮੈਂ ਨੀਵਾਂ, ਮੇਰਾ ਸਤਿਗੁਰ ਉੱਚਾ। ਅਸੀਂ ਉੱਚੀਆਂ ਦੇ ਨਾਲ ਲਾਈਆਂ, ਬਲਿਹਾਰੇ ਜਾਈਏ ਉਹਨਾਂ ਉੱਚੀਆਂ ਤੋਂ ਜੇ ਨੀਵਿਆਂ ਸੰਗ ਨਿਭਾਈਆਂ। ਜਾਂ ਨੀਵਿਆਂ ਦੀ ਆਪ ਦੇਖ ਰੇਖ ਸੰਭਾਲ ਕੀਤੀ ਹੈ, ਰੱਖਿਆ ਕੀਤੀ ਹੈ, ਬਲ ਬਖਸ਼ਿਆ ਹੈ, ਗੈਰਤ ਬਖਸ਼ੀ ਹੈ, ਅੜਕ ਬਖਸ਼ੀ ਹੈ। ਤੇ ਜੇ ਕੋਈ ਹੁੰਦਾ ਬੇਗੈਰਤ ਇਨਸਾਨ, ਤੇ ਬੇਗੈਰਤ ਇਨਸਾਨ ਨੇ ਇਹ ਕਰਮ ਨਹੀਂ ਸੀ ਕਰਨਾ। ਜਿਨ੍ਹਾਂ ਅੰਦਰ ਗੈਰਤ ਸੀ ਨਾ, ਅਣਖ ਸੀ, ਇਹ ਕਰਨੀਆਂ ਉਹੀ ਕਰਦੇ ਆ ਜਿਨ੍ਹਾਂ ਅੰਦਰ ਗੈਰਤ ਹੈ, ਅਣਖ ਹੈ। ਬੇਗੈਰਤ ਇਨਸਾਨ ਇਹ ਕਰਮ ਨਹੀਂ ਕਰ ਸਕਦਾ। ਬੇਗੈਰਤ ਇਨਸਾਨ ਤੱਕ ਚੀਚੀ ਤੱਕ ਨਹੀਂ ਦੇ ਸਕਦਾ ਆਪਣੀ, ਸਿਰ ਦੇ ਦੀ ਗੱਲ ਹੀ ਦੂਰ ਹੈ। ਸੋ ਮਹਾਰਾਜ ਕਿਰਪਾ ਕਰੇ, ਆਪਣੀ ਸਿੱਖੀ ਬਖਸ਼ੇ, ਹੁਕਮ ਬਖਸ਼ੇ, ਅਤੇ ਹੁਕਮ ਦੇ ਚੱਲਣ ਦਾ ਦਾਤਾ ਜੀ ਸਭ ਜੀਵਾਂ ਨੂੰ ਬਲ ਬਖਸ਼ਿਸ਼ ਕਰੇ। ਸੋ ਅਜ਼ਰ ਮਤ੍ਰਿਕਾਲ ਦਾ ਸ਼੍ਰੀ ਵਾਲਮੀਕਿ ਦਇਆਵਾਨ ਜੀ ਸਭ ਜੀਵਾਂ ਤੇ ਸਹਾਈ ਹੋਣ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋ ਨਿਰਭੈ, ਵਾਲਮੀਕਿ ਦਇਆਵਾਨ ਜੀ ਕੀ ਸਦਾਈ ਜੈ।